ਹੈਲੋ ਪਿਆਰੇ ਬੱਚਿਓ, ਦੇਖੋ ਤੁਹਾਡੇ ਪੈਸ ਦੇ ਪੇਪਰ ਹੋਣੇ ਨੇ ਹੈ ਨਾ। ਹਰ ਬੱਚੇ ਨੇ ਕੀ ਹੈ, ਪੂਰੀ ਤਿਆਰੀ ਕਰਨੀ ਹੈ। ਆਪਾਂ ਤਿਆਰੀ ਕਿਸ ਤਰ੍ਹਾਂ ਕਰ ਸਕਦੇ ਹਾਂ? ਜੇਕਰ ਅਸੀਂ ਪਾਠ ਪੜ੍ਹੇ ਹੋਣਗੇ ਪੰਜਾਬੀ ਦੇ, ਇੰਗਲਿਸ਼ ਦੇ, ਵਾਤਾਵਰਨ ਦੇ, ਹੈ ਨਾ, ਗਣਿਤ ਦੇ ਕੁਐਸਚਨ ਸੋਲਵ ਕੀਤੇ ਹੋਣਗੇ ਤਾਂ ਸਾਨੂੰ ਇਹ ਕਰਨੇ ਬਹੁਤ ਹੀ ਆਸਾਨ ਨੇ। ਮੈਨੂੰ ਉਮੀਦ ਹੈ ਕਿ ਸਾਡੇ ਸਾਰੇ ਬੱਚੇ ਜੋ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹ ਬਹੁਤ ਹੀ ਸਿਆਣੇ ਨੇ। ਅੱਜ ਤੋਂ ਮੈਂ ਤੁਹਾਨੂੰ ਇਹ ਪੈਸ ਦੇ ਪੇਪਰਾਂ ਦੀ ਤਿਆਰੀ ਕਰਵਾਵਾਂਗੀ ਅਤੇ ਤੁਸੀਂ ਬੜੇ ਧਿਆਨ ਦੇ ਨਾਲ ਇਹ ਸਾਰਾ ਕੁਛ ਬੱਚਿਓ ਦੇਖਣਾ। ਤੁਹਾਨੂੰ ਪਹਿਲਾਂ ਪੈਰੇ ਦਿੱਤੇ ਹੋਏ ਹੋਣਗੇ, ਪੈਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਸਮਝਣਾ, ਸਮਝ ਕੇ ਫਿਰ ਅਸੀਂ ਉਹਨਾਂ ਦੇ ਵਿੱਚੋਂ ਉੱਤਰ ਦੇਣੇ ਹਨ। ਦੇਖੋ ਬੱਚਿਓ, ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਹਰ ਸਾਲ ਦੀ ਤਰ੍ਹਾਂ 16 ਭਾਦਰੋਂ ਨੂੰ ਪਿੰਡ ਵਿੱਚ ਮੇਲਾ ਲੱਗਣ ਦੀ ਉਡੀਕ ਵਿੱਚ ਬੱਚੇ ਖੁਸ਼ ਸੀ। ਉਹ ਮੇਲੇ ਵਾਲੇ ਦਿਨ ਮੌਜ ਮਸਤੀ ਕਰਨ ਅਤੇ ਖਿਡੌਣੇ ਖਰੀਦਣ ਬਾਰੇ ਆਪਸ ਵਿੱਚ ਗੱਲਾਂ ਕਰਦੇ ਸਨ। ਅਚਾਨਕ ਕਰੋਨਾ ਵਰਗੀ ਮਹਾਂਮਾਰੀ ਦੀ ਖਬਰ ਕਾਰਨ ਇੱਕ ਵਾਰ ਪਿੰਡ ਵਿੱਚ ਮੇਲੇ ਨਾ ਲੱਗਣ ਦੀ ਗੱਲ ਸੁਣ ਕੇ ਸਾਰੇ ਉਦਾਸ ਹੋ ਗਏ। ਫਿਰ ਉਹਨਾਂ ਨੂੰ ਮਾਸਟਰ ਜੀ ਨੇ ਦੱਸਿਆ ਕਿ ਪਹਿਲਾਂ ਸਾਡੀ ਸਿਹਤ ਜ਼ਰੂਰੀ ਹੈ। ਉਹਨਾਂ ਨੇ ਅਗਲੇ ਸਾਲ ਰਲ ਕੇ ਮੇਲਾ ਮਨਾਉਣ ਬਾਰੇ ਕਿਹਾ ਤਾਂ ਸਾਰੇ ਖੁਸ਼ ਹੋ ਗਏ। ਦੇਖੋ ਬੱਚੋ, ਪਹਿਲਾ ਪ੍ਰਸ਼ਨ ਹੈਗਾ, ਪਿੰਡ ਵਿੱਚ ਮੇਲਾ ਕਿਹੜੇ ਦੇਸੀ ਮਹੀਨੇ ਲੱਗਦਾ ਹੈ? ਤਾਂ ਆਪਾਂ ਸ਼ੁਰੂ 'ਚ ਪੜ੍ਹਿਆ ਸੀਗਾ ਵੀ 16 ਭਾਦਰੋਂ। ਤਾਂ ਇਹਦਾ ਮਤਲਬ ਕੀ ਹੈ? ਤੀਸਰੀ ਆਪਸ਼ਨ ਹੈ ਜਿਹੜਾ 3 ਨੰਬਰ ਭਾਦਰੋਂ ਬਿਲਕੁਲ ਸਹੀ ਉੱਤਰ ਹੈ। ਪ੍ਰਸ਼ਨ ਦੂਸਰਾ, ਬੱਚੇ ਮੇਲੇ ਵਿੱਚ ਕੀ ਖਰੀਦਣਾ ਚਾਹੁੰਦੇ ਸਨ? ਕੀ ਖਰੀਦਣਾ ਚਾਹੁੰਦੇ ਸਨ ਬੱਚੋ? ਆਪਾਂ ਪੜ੍ਹਿਆ ਸੀਗਾ ਕਿ ਉਹ ਕੀ ਕਰਨਾ ਚਾਹੁੰਦੇ ਸੀ, ਵੀ ਉਹ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਅਸੀਂ ਕੀ ਕਰਾਂਗੇ, ਮਸਤੀ ਕਰਾਂਗੇ ਅਤੇ ਖਿਡੌਣੇ ਖਰੀਦਾਂਗੇ। ਅਤੇ ਇਹਦਾ ਮਤਲਬ ਕੀ ਹੈ ਵੀ ਦੂਸਰੀ ਆਪਸ਼ਨ ਖਿਡੌਣੇ ਬਿਲਕੁਲ ਸਹੀ ਉੱਤਰ ਹੈ। ਅੱਗੇ ਦੇਖੋ, ਪੈਰੇ ਵਿੱਚ ਕਿਹੜੀ ਮਹਾਂਮਾਰੀ ਦੀ ਗੱਲ ਕੀਤੀ ਗਈ ਹੈ? ਹਾਂਜੀ, ਚੇਚਕ, ਹੈਜਾ, ਕਰੋਨਾ। ਆਪਾਂ ਨੂੰ ਪਤਾ ਹੈ ਕਿ ਇਹ ਕਰੋਨਾ ਇੱਕ ਮਹਾਂਮਾਰੀ ਹੈ ਜਿਸ ਕਾਰਨ ਅਸੀਂ 5-6 ਮਹੀਨਿਆਂ ਤੋਂ ਘਰਾਂ ਵਿੱਚ ਬੈਠੇ ਹਾਂ। ਚੌਥਾ ਪ੍ਰਸ਼ਨ, ਬੱਚੇ ਕਿਉਂ ਉਦਾਸ ਹੋ ਗਏ? ਮੇਲਾ ਨਾ ਲੱਗਣ ਦੀ ਗੱਲ ਸੁਣ ਕੇ, ਪਤੰਗ ਨਾ ਮਿਲਣ ਕਰਕੇ, ਮੌਜ ਮਸਤੀ ਨਾ ਕਰਨ ਕਰਕੇ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਬੱਚੇ ਉਦਾਸ ਹੋ ਗਏ ਕਿ ਇਸ ਵਾਰ ਮੇਲਾ ਨਹੀਂ ਲੱਗੂਗਾ। ਇਸ ਕਰਕੇ ਪਹਿਲੀ ਜਿਹੜੀ ਆਪਸ਼ਨ ਹੈ ਬਿਲਕੁਲ ਸਹੀ ਹੈ। ਮੇਲਾ ਨਾ ਲੱਗਣ ਦੀ ਗੱਲ ਸੁਣ ਕੇ ਬੱਚੇ ਉਦਾਸ ਹੋ ਗਏ। ਪੰਜਵਾਂ ਪ੍ਰਸ਼ਨ ਦੇਖੋ ਬੱਚਿਓ, ਮੇਲਾ ਮਹੀਨੇ ਦੀ ਕਿਹੜੀ ਤਰੀਕ ਨੂੰ ਲੱਗਦਾ ਸੀ? ਆਪਾਂ ਨੂੰ ਪਤਾ ਸੀਗਾ ਵੀ ਇਹ ਹੈਗਾ 16 ਭਾਦਰੋਂ। ਪੈਰੇ ਦੇ ਵਿੱਚ ਆਪਾਂ ਨੇ ਪੜ੍ਹਿਆ, ਦੂਸਰੀ ਆਪਸ਼ਨ ਬਿਲਕੁਲ ਸਹੀ ਹੈ 16 ਭਾਦਰੋਂ। ਅੱਗੇ ਦੇਖੋ ਬੱਚਿਓ, ਵਿਸ਼ਾ ਹੈਗਾ ਗਣਿਤ। ਆਪਾਂ ਗਣਿਤ ਦੀ ਵੀ ਹੁਣ ਕੀ ਹੈ ਨਾਲ ਦੀ ਨਾਲ ਇਹ ਵੀ ਕਰਾਂਗੇ। ਪਹਿਲਾ ਪ੍ਰਸ਼ਨ ਹੈਗਾ, ਗਲਾਸਾਂ ਵਿੱਚੋਂ ਪਾਣੀ ਦੀ ਘਟਦੀ ਮਾਤਰਾ ਅਨੁਸਾਰ ਸਹੀ ਕ੍ਰਮ ਕਿਹੜਾ ਹੋਵੇਗਾ? ਸਹੀ ਕ੍ਰਮ ਬੱਚੇ ਆਪਾਂ ਇੰਗਲਿਸ਼ 'ਚ ਬੋਲਦੇ ਉਹਨੂੰ ਡਿਕਰੀਜ਼ਮ, ਠੀਕ ਹੈ, ਡਿਕਰੀਜ਼ਿੰਗ, ਜਾਂ ਆਪਾਂ ਕਹਿ ਸਕਦੇ ਹਾਂ ਘਟਦਾ ਕ੍ਰਮ। ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜੇ ਗਲਾਸ ਦੇ ਵਿੱਚ ਪਾਣੀ ਹੈ ਵੱਧ ਹੈ ਉਹ ਕਿਹੜੇ ਵਿੱਚ ਹੈ ਬੱਚੋ? ਪਹਿਲਾ ਆਪਾਂ ਪਹਿਲੇ ਨੰਬਰ 'ਤੇ ਲਗਾਵਾਂਗੇ, ਦੂਸਰੇ ਨੰਬਰ 'ਤੇ ਆਪਾਂ ਤੀਸਰੇ ਗਲਾਸ ਨੂੰ ਲਗਾਵਾਂਗੇ, ਤੀਜੇ ਨੰਬਰ 'ਤੇ ਅਸੀਂ ਚੌਥੇ ਗਲਾਸ ਨੂੰ ਲਗਾਵਾਂਗੇ ਅਤੇ ਚੌਥੇ ਨੰਬਰ 'ਤੇ ਅਸੀਂ ਦੂਸਰੇ ਗਲਾਸ ਨੂੰ ਲਗਾਵਾਂਗੇ, ਕਿਉਂਕਿ ਪਾਣੀ ਦੀ ਮਾਤਰਾ ਹੌਲੀ ਘਟ ਰਹੀ ਹੈ। ਸਭ ਤੋਂ ਪਹਿਲਾਂ ਵੱਧ ਵਾਲੇ ਨੂੰ, ਫਿਰ ਉਸ ਤੋਂ ਘੱਟ ਵਾਲੇ ਨੂੰ, ਫਿਰ ਉਸ ਤੋਂ ਘੱਟ ਵਾਲੇ ਨੂੰ ਅਤੇ ਫਿਰ ਉਸ ਤੋਂ ਘੱਟ ਵਾਲੇ ਨੂੰ। ਇਹ ਹੋ ਗਿਆ ਬੱਚਿਓ ਘਟਦਾ ਕ੍ਰਮ, ਠੀਕ ਹੈ। ਤਾਂ ਉੱਤਰ ਕਿਹੜਾ ਹੋ ਗਿਆ? ਦੇਖੋ, ਪਹਿਲਾ ਕੀ ਸੀਗਾ? ਨੰਬਰ 1, ਉਸ ਤੋਂ ਬਾਅਦ ਹੈਗੇ ਬੱਚਿਓ ਨੰਬਰ 3, ਉਸ ਤੋਂ ਬਾਅਦ ਹੈਗਾ ਨੰਬਰ ਨੰਬਰ 4 ਅਤੇ ਫਿਰ ਹੈਗਾ ਨੰਬਰ 2। ਤਾਂ ਜਿਹੜੀ ਸਾਡੀ ਸੱਸਾ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ। ਤਾਂ ਸਾਡਾ ਸੱਸਾ ਉੱਤਰ ਬੱਚਿਓ ਬਿਲਕੁਲ ਸਹੀ ਹੈ। ਅੱਗੇ ਦੇਖੋ, ਹੇਠ ਦਿੱਤੇ ਚਿੱਤਰ ਅਨੁਸਾਰ ਰੰਗ ਅਤੇ ਮਾਚਿਸ ਦੀ ਤੀਲੀ ਦੀ ਲੰਬਾਈ ਵਿੱਚ ਕਿੰਨਾ ਅੰਤਰ ਹੈ? ਹੁਣ ਦੇਖੋ ਬੱਚਿਓ, ਤੀਲੀ ਕਿੰਨੀ ਲੰਬੀ ਹੈ ਅਤੇ ਕੀ ਹੈ ਮਾਚਿਸ ਕਿੰਨੀ ਲੰਬੀ ਹੈ, ਇਹ ਆਪਾਂ ਦੋਨਾਂ 'ਚ ਅੰਤਰ ਪਤਾ ਕਰਨਾ ਹੈ। ਹੁਣ ਦੇਖੋ ਮਾਚਿਸ ਕਿੰਨੀ ਹੈ ਵੀ
देखो बच्चों, ਜਿਹੜਾ रंग है वो रंग 0 ਤੋਂ ਸ਼ੁਰੂ ਹੁੰਦਾ ਹੈ। 0 ਤੋਂ 1, 1 ਤੋਂ 2, 2 ਤੋਂ 3, 3 ਤੋਂ 4। ਭਾਵ ਜਿਹੜਾ ਰੰਗ ਹੈ ਉਹ 4 ਸੈਂਟੀਮੀਟਰ ਹੈਗਾ। ਅਤੇ ਮਾਚਿਸ ਕਿੰਨੀ ਹੁੰਦੀ ਹੈ ਬੱਚੋ? ਮਾਚਿਸ ਹੁੰਦੀ ਹੈ ਜਿਹੜੀ ਤੀਲੀ ਹੈ ਉਹ 2 ਤੋਂ ਸ਼ੁਰੂ ਹੋ ਰਹੀ ਹੈ। 2 ਤੋਂ ਲੈ ਕੇ ਅਸੀਂ 5 ਤੱਕ ਪਹੁੰਚ ਰਹੇ ਹਾਂ। 2 ਤੋਂ 3 1 ਹੋ ਗਿਆ, 3 ਤੋਂ 4 ਫਿਰ 2 ਹੋ ਗਿਆ, 4 ਤੋਂ 5 ਹੋ ਗਿਆ ਬੱਚਿਓ 3 ਹੋ ਗਿਆ। ਤਾਂ ਜਿਹੜਾ ਰੰਗ ਹੈ ਉਹ 4 ਸੈਂਟੀਮੀਟਰ ਹੈ ਅਤੇ ਜਿਹੜੀ ਤੀਲੀ ਉਹ 3 ਸੈਂਟੀਮੀਟਰ ਹੈ। ਦੋਨਾਂ 'ਚ ਅੰਤਰ ਭਾਵ ਘਟਾਓ ਹੈ। ਜਦੋਂ ਅਸੀਂ 4 ਨੂੰ 3 ਵਿੱਚ ਕੀਏ ਵੀ 4 ਚੋਂ 3 ਘਟਾਵਾਂਗੇ, ਭਾਵ ਅਸੀਂ ਰੰਗ ਦੀ ਲੰਬਾਈ ਦੇ ਵਿੱਚੋਂ ਤੀਲੀ ਦੀ ਲੰਬਾਈ ਨੂੰ ਘਟਾਵਾਂਗੇ ਤਾਂ ਸਾਡਾ 4 ਚੋਂ 3 ਘਟਾ ਕੇ ਕੀ ਆ ਜਾਂਦਾ ਬੱਚੋ? ਉੱਤਰ 1 ਆ ਜਾਂਦਾ ਹੈ। ਤਾਂ ਸਾਡੀ ਈਡੀ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਦੇਖੋ ਤੀਸਰਾ ਨੰਬਰ ਪ੍ਰਸ਼ਨ, ਤਸਵੀਰ ਅਨੁਸਾਰ ਸਭ ਤੋਂ ਵੱਧ ਭਾਰ ਕਿਸ ਡੱਬੇ ਦਾ ਹੈ? ਦੇਖੋ ਬੱਚੋ, ਜਿੰਨਾ ਭਾਰ ਵੱਧ ਹੋਏਗਾ ਤਾਂ ਜਿਹੜਾ ਤੱਕੜੀ ਦਾ ਪੱਲਾ ਉਹ ਨੀਚੇ ਹੋਏਗਾ। ਠੀਕ ਹੈ, ਜਿਸਲੇ ਪਾਸੇ ਭਾਰ ਜ਼ਿਆਦਾ ਹੋਏਗਾ। ਹੁਣ ਆਪਾਂ ਨੂੰ ਪਹਿਲਾਂ ਪਤਾ ਹੈ ਜਿਹੜੀ ਪੂਰਾ ਨੰਬਰ ਹੈ ਉਹਦੇ ਵਿੱਚ x ਤੇ 10 ਪਾਇਆ ਹੋਇਆ ਹੈ। ਇੱਥੇ ਕੀ ਹੈ ਵੀ ਜਿਹੜਾ ਪੱਲੜਾ ਉਹ ਧਰਤੀ ਦੇ ਨਾਲ ਲੱਗ ਰਿਹਾ ਹੈ। ਅਤੇ ਦੂਸਰੇ ਦੇ ਵਿੱਚ ਕੀ ਹੈ 22 ਅਤੇ x ਦੋਨੇ ਬਿਲਕੁਲ ਬਰਾਬਰ ਖੜ੍ਹੇ ਨੇ ਪੱਲੜੇ। ਅਤੇ ਤੀਸਰੇ ਦੇ ਵਿੱਚ ਕੀ ਹੈ ਬੱਚੋ? ਭਾਰ ਉੱਪਰ ਹੈ ਅਤੇ ਕੀ ਹੈ ਜਿਹੜਾ ਬੱਟਾ ਨੀਚੇ ਹੈ। ਇਹਦਾ ਭਾਵ ਇੱਥੇ ਬੱਟਾ ਭਾਰੀ ਹੈ, ਜਿਹੜਾ ਵਜ਼ਨ ਪਾਇਆ ਹੋਇਆ ਵੇਟ, ਅਤੇ ਕੀ ਹੈ ਜਿਹੜਾ ਬਾਕਸ ਹੈ ਡੱਬਾ ਉਹ ਹਲਕਾ ਹੈ। ਇਹਦਾ ਮਤਲਬ ਸਭ ਤੋਂ ਭਾਰੀ ਡੱਬਾ ਕਿਹੜੇ ਵਿੱਚ ਹੈ? ਉਹ ਹੈਗਾ ਬੱਚੋ ਊੜੇ ਦੇ ਵਿੱਚ, ਕਿਉਂਕਿ ਭਾਰ ਘੱਟ ਹੈ ਅਤੇ ਡੱਬੇ ਦਾ ਭਾਰ ਕੀ ਹੈ? ਜ਼ਿਆਦਾ ਹੈ। ਇਸ ਕਰਕੇ ਸਾਡਾ ਊੜਾ ਉੱਤਰ ਬਿਲਕੁਲ ਸਹੀ ਹੈ। ਅੱਗੇ ਚੌਥਾ ਪ੍ਰਸ਼ਨ ਦੇਖੋ, ਤਸਵੀਰ ਵਿੱਚ ਦਿਖਾਈ ਗਈ ਆਕ੍ਰਿਤੀ ਦਾ ਨਾਮ ਦੱਸੋ। ਇਹ ਬੱਚੋ ਘਣ ਨਹੀਂ ਹੈ, ਕਿਉਂਕਿ ਜੇ ਘਣ ਹੁੰਦਾ ਤਾਂ ਚਾਰ ਜਿਹੜੀਆਂ ਸਾਰੀਆਂ ਸਾਈਡਾਂ ਨੇ ਉਹ ਬਰਾਬਰ ਹੋਣੀਆਂ ਸੀ। ਸ਼ੰਕੂ ਵੀ ਨਹੀਂ ਹੈਗਾ। ਸ਼ੰਕੂ ਕੀ ਹੁੰਦਾ? ਸ਼ੰਕੂ ਹੁੰਦਾ ਇੱਕ ਟੋਪੀ ਦੀ ਤਰ੍ਹਾਂ ਜਿਹੜੀ ਆਪਾਂ ਵਾਡੇ ਨੂੰ ਲੈਂਦੇ ਹਾਂ, ਹੈ ਨਾ, ਤਿਕੋਣ ਦੀ ਤਰ੍ਹਾਂ। ਸਿਲੰਡਰ ਜੋ ਆਪਣੇ ਸਿਲੰਡਰ ਦੀ ਤਰ੍ਹਾਂ ਹੁੰਦਾ ਬੱਚਿਓ, ਆਪਾਂ ਗੈਸ ਵਾਲਾ ਸਿਲੰਡਰ ਲਗਾ ਲਓ। ਅਤੇ ਇਹ ਕੀ ਹੈ? ਘਨਾਵ ਹੈ। ਇਹਨੂੰ ਕੀ ਬੋਲਦੇ ਆ? ਘਨਾਵ। ਅਤੇ ਇਹ ਆੜਾ ਆਪਸ਼ਨ ਸਾਡਾ ਬਿਲਕੁਲ ਸਹੀ ਹੈ। ਘਣ ਅਤੇ ਘਨਾਵ 'ਚ ਕੀ ਫਰਕ ਹੈ ਬੱਚਿਓ? ਘਣ ਦੀਆਂ ਜਿਹੜੀਆਂ ਸਾਰੀਆਂ ਸਾਈਡਾਂ ਨੇ ਉਹ ਬਰਾਬਰ ਹੁੰਦੀਆਂ ਨੇ, ਸ਼ੇਪ ਇੱਕੋ ਜਿਹੀ ਹੁੰਦੀ ਹੈ। ਅਤੇ ਘਨਾਵ ਦੀਆਂ ਕੀ ਹੁੰਦੀਆਂ ਵੀ ਆਮਣੋ ਸਾਹਮਣੀਆਂ ਜਿਹੜੀਆਂ ਕੀਆਂ ਨੇ ਸਤਹਾਂ ਨੇ ਉਹ ਕੀ ਨੇ? ਸਤਹਾਂ ਹੁੰਦੀਆਂ ਨੇ ਉਹ ਬਰਾਬਰ ਹੁੰਦੀਆਂ ਨੇ। ਇਸ ਕਰਕੇ ਕੀ ਹੈ ਬੱਚਿਓ? ਘਨਾਵ ਹੈ ਅਤੇ ਇਹਦਾ ਆੜਾ ਆਨਸਰ ਬਿਲਕੁਲ ਸਹੀ ਹੈ। ਅੱਗੇ ਪ੍ਰਸ਼ਨ ਪੰਜਵਾਂ, ਹੇਠ ਦਿੱਤੀ ਆਕ੍ਰਿਤੀ ਦੇ ਕਿੰਨੇ ਸਿਖਰ ਹਨ? ਸਿਖਰ ਕਦੋਂ ਹੁੰਦੇ ਨੇ ਬੱਚਿਓ? ਜਦੋਂ ਦੋ ਆਪਾਂ ਕੀ ਹੈ ਵੀ ਰੇਖਾ ਖੰਡਾਂ ਨੂੰ ਜਾਂ ਕਿਰਨਾਂ ਨੂੰ ਮਿਲਾਉਂਦੇ ਹਾਂ ਤਾਂ ਜਿੱਥੇ ਉਹ ਮਿਲਦੀਆਂ ਨੇ ਤਾਂ ਉਹ ਕੀ ਬਣ ਜਾਂਦਾ? ਸਿਖਰ ਬਣ ਜਾਂਦਾ ਹੈ। ਤਾਂ ਤਿਕੋਣ ਦੇ ਹਮੇਸ਼ਾ 3 ਕੋਣ ਹੁੰਦੇ ਨੇ, 3 ਸਾਈਡਾਂ ਹੁੰਦੀਆਂ ਨੇ, ਭੁਜਾਵਾਂ ਹੁੰਦੀਆਂ ਨੇ ਅਤੇ 3 ਹੀ ਸਿਖਰ ਹੁੰਦੇ ਹਨ। ਅਤੇ ਇਸ ਕਰਕੇ ਸਾਡਾ ਈਡੀ ਆਪਸ਼ਨ ਬਿਲਕੁਲ ਸਹੀ ਹੈ। ਤਿਕੋਣ ਦੇ 3 ਸਿਖਰ ਹੁੰਦੇ ਹਨ। ਅੱਗੇ ਬੱਚੋ ਇੰਗਲਿਸ਼ ਦੇਖੋ। ਇੰਗਲਿਸ਼ ਦਾ ਆਪਾਂ ਨੇ ਸ਼ੁਰੂ ਕਰਨਾ ਹੈ। ਰੀਡ ਦਾ ਪੈਸੇਜ ਐਂਡ ਆਨਸਰ ਦਾ ਫੋਲੋਇੰਗ ਕੁਐਸਚਨਸ। ਕੀ ਕਰਨਾ? ਅਸੀਂ ਪੈਰਾ ਪੜ੍ਹਨਾ ਅਤੇ ਪੈਰਾ ਪੜ੍ਹ ਕੇ ਅਸੀਂ ਇਹਦੇ ਵਿੱਚੋਂ ਹੀ ਉੱਤਰ ਦੇਣੇ ਨੇ। ਬਹੁਤ ਆਸਾਨ ਕੰਮ ਹੈ ਪੈਰੇ 'ਚ ਉੱਤਰ ਦੇਣਾ। ਠੀਕ ਹੈ, ਜਿਹੜੇ ਬੱਚੇ ਬੜੇ ਧਿਆਨ ਦੇ ਨਾਲ ਸੁਣਨਗੇ ਉਹ ਬੜੇ ਧਿਆਨ ਦੇ ਨਾਲ ਬੜੀ ਆਸਾਨੀ ਦੇ ਨਾਲ ਉਹ ਉੱਤਰ ਵੀ ਦੇ ਦੇਣਗੇ। ਦੇਖੋ ਬੱਚੇ, ਵਨਸ ਅਪੋਨ ਏ ਟਾਈਮ, ਇੱਕ ਵਾਰ ਦੀ ਗੱਲ ਹੈ, ਦੇਅਰ ਵਾਜ਼ ਏ ਕਿੰਗ, ਇੱਕ ਰਾਜਾ ਸੀ। ਹੀ ਹੈਡ 3 ਸਨਸ, ਉਸ ਦੇ 3 ਪੁੱਤਰ ਸਨ। ਦਾ ਫਸਟ ਸਨ ਵਾਜ਼ ਕਲੈਵਰ ਐਂਡ ਐਕਟਿਵ, ਜਿਹੜਾ ਪਹਿਲਾ ਪੁੱਤਰ ਸੀ ਭਾਵ ਵੱਡਾ ਕਹਿ ਸਕਦੇ ਹੋ, ਉਹ ਚਲਾਕ ਵੀ ਸੀ ਅਤੇ ਕੀ ਹੈ ਵੀ ਐਕਟਿਵ ਹੁੰਦਾ, ਜਿਹੜਾ ਭਾਵ ਚੁਸਤ ਹੁੰਦਾ ਹਰ ਕੰਮ ਦੇ ਵਿੱਚ ਕਰਨ ਦੇ ਵਿੱਚ, ਭਾਵ ਬੜਾ ਚੁਸਤ ਸੀ। ਦਾ ਸੈਕਿੰਡ ਸਨ ਵਾਜ਼ ਕਾਇੰਡ ਐਂਡ ਓਨੈਸਟ, ਦੂਸਰਾ ਪੁੱਤਰ ਦਿਆਲੂ ਅਤੇ ਇਮਾਨਦਾਰ ਸੀ। ਦਾ ਥਰਡ ਸਨ ਵਾਜ਼ ਬਰੇਵ ਐਂਡ ਸਟਰੋਂਗ, ਤੀਸਰਾ ਪੁੱਤਰ ਬਹਾਦਰ ਅਤੇ ਤਾਕਤਵਰ ਸੀ। ਆਲ ਦਾ 3 ਸਨਸ ਵਰ ਵੈਰੀ ਓਬੀਡੀਐਂਟ ਐਂਡ ਕੇਅਰਿੰਗ, ਜਿਹੜੇ ਉਹਦੇ 3 ਪੁੱਤਰ ਸਨ ਉਹ ਬਹੁਤ ਹੀ ਆਗਿਆਕਾਰ ਅਤੇ ਆਪਣੇ ਪਿਤਾ ਦੀ ਭਾਵ ਕਿ ਦੇਖਭਾਲ ਕਰਨ ਵਾਲੇ ਸਨ। ਦਾ ਕਿੰਗ ਵਾਜ਼ ਵੈਰੀ ਓਲਡ, ਜਿਹੜਾ ਬਜ਼ੁਰਗ ਬੁੱਢਾ ਰਾਜਾ ਸੀ ਉਹ ਕਿਸੇ ਵੀ ਹੁਣ ਬਜ਼ੁਰਗ ਹੋ ਚੁੱਕਿਆ ਸੀ, ਭਾਵ ਬਹੁਤ ਬੁੱਢਾ ਸੀ। ਆਲ ਹਿਜ਼ ਸਨਸ ਵਾਰ ਡੀਅਰ ਟੂ ਹਿਮ, ਉਸ ਨੂੰ ਆਪਣੇ ਸਾਰੇ ਪੁੱਤਰ ਬਹੁਤ ਪਿਆਰੇ ਸਨ। ਹੀ ਵਾਜ਼ ਵੈਰੀ ਹੈਪੀ ਫਾਰ ਆਲ ਹਿਜ਼ ਸਨਸ,
ਉਹ ਆਪਣੇ ਸਾਰੇ ਪੁੱਤਰਾਂ ਤੋਂ ਬਹੁਤ ਖੁਸ਼ ਸੀ। ਹੁਣ ਫਸਟ ਕੁਐਸਚਨ ਹੈਗਾ ਬੱਚੋ ਇਹਦਾ, ਦ ਕਿੰਗ ਹੈਡ ਡੈਸ਼ ਸਨਸ, ਕਿੰਨੇ ਪੁੱਤਰ ਸਨ? ਆਪਾਂ ਨੂੰ ਪਹਿਲੀ ਲਾਈਨ ਦੇ ਵਿੱਚ ਵੀ ਹੈ 3 ਸਨਸ, ਤਾਂ ਸਾਡਾ ਕੀ ਹੈ ਬੱਚੋ, ਤੀਸਰਾ ਆਪਸ਼ਨ ਹੈ ਬਿਲਕੁਲ ਸਹੀ ਹੈ 3 ਸਨਸ। ਅੱਗੇ ਬੀ ਪਾਰਟ, ਵਿਚ ਸਨ ਵਾਜ਼ ਕਾइंड ਐਂਡ ਓਨੈਸਟ, ਕਿਹੜਾ ਪੁੱਤਰ ਦਿਆਲੂ ਅਤੇ ईमानदार सी? केड़ा पुत्र सी बच्चों? सैकेंड। देखो द सैकेंड सन वाज काइंड एंड ऑनेस्ट, तो साडा की है भी ये विच सैकेंड ऑप्शन की ऑप्शन बिल्कुल सही है। सी पार्ट देखो, विच सन वाज डियर टू द किंग, उसनू राजे नू अपना केड़ा पुत्र ज़्यादा प्यारा सी? फर्स्ट सन, सैकेंड सन, थर्ड सन, ऑल ऑफ दिस, ਉਹਨੂੰ ਬੱਚੇ ਆਪਣੇ ਸਾਰੇ ਪੁੱਤਰ ਤਿੰਨੇ ਦੇ ਤਿੰਨੇ ਪੁੱਤਰ ਬਹੁਤ ਪਿਆਰੇ ਸੀ, ਇਸ ਕਰਕੇ ਸਾਡੀ ਜਿਹੜੀ ਫੋਰਥ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ, ਆਲ ਆਫ ਦੀਜ਼। ਅੱਗੇ ਫੋਰਥ ਦੇਖੋ ਬੱਚੋ ਡੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਡਜੈਕਟਿਵ, ਐਡਜੈਕਟਿਵ ਕਿਹੜੇ ਹੁੰਦੇ ਨੇ ਬੱਚੋ, ਜਿਹੜੀ ਕਿਸੇ ਦੀ ਵਿਸ਼ੇਸ਼ਤਾ ਦੱਸਣ? ਪਹਿਲਾ ਹੈਗਾ ਬਰੇਵ, ਦੂਸਰਾ ਸਟਰੋਂਗ, तीसरा सन्स, चौथा काइंड। देखो बच्चों, ब्रेव बहादुर, स्ट्रोंग ताकतवर, सन पुत्र, काइंड दयालू, ये तो तिन्हों दी विशेषता दसिया हुई ने भी, दयालू सी, वो ताकतवर सी, वो बहादुर सी। तो जो सन्स है ये कोई एडजैक्टिव नहीं है, किसी की विशेषता नहीं दस रहा, ये तो पुत्र ने, इस करके जो थोड़ा थर्ड ऑप्शन है बिल्कुल सही है, सन्स की एडजैक्टिव नहीं हैगा। ई क्वेश्चन, चूज द करैक्ट स्टेटमेंट, द किंग हैड these sons, the king second, the king had 3 sons। ਇੱਥੇ ਬੱਚੋ ਦੇਖੋ ਐਸ ਜੋ ਐਨ ਐਸ ਪਾਇਆ ਜਿਹਦੇ ਮਤਲਬ ਸੂਰਜ ਹੁੰਦਾ ਹੈ। ਥਰਡ, ਦ ਕਿੰਗ ਹੈਡ 3 sons, ਇੱਥੇ ਹੈਡ ਆ ਗਿਆ, ਅੱਗੇ ਦ ਕਿੰਗ ਹੈਡ 3 sons। ਦੇਖੋ ਬੱਚੋ ਹੁਣ ਆਪਣਾ ਥਰਡ ਅਤੇ ਫੋਰਥ ਦੇ ਵਿੱਚ ਕੀ ਫਰਕ ਹੈ? देखो इतने द किंग हैड देयर सन्स गलत है, तो इतने की है द किंग हैड 3 सन्स, तो साड़ी फोर्थ ऑप्शन की है बिल्कुल सही है। आगे बच्चों देखो फोर्थ की है भी हिंदी विषय। नीचे लिखे पैरे को पढ़कर प्रश्नों के उत्तर दें। लाली ज़ोर ज़ोर से चिल्लाने लगा क्योंकि वह दलदल में धंसता जा रहा था। लाली की जय हालत देख भोलू भी डर के मारे रोने लगा। उसके पैरों तले से ज़मीन खिसकने लगी। वह रोता जा रहा था और अपनी माँ और पिताजी को ज़ोर ज़ोर से पुकार रहा था। उसकी आवाज़ सुनकर माँ और पिताजी दौड़े आए। लाली की हालत देख वह भी घबरा गए, मगर उन्होंने हिम्मत ना हारी। उन्होंने जल्दी से पेड़ पर लिपटी एक मजबूत लता को खींचा तथा उसे लाली की ओर फेंका। माँ ने ज़ोर से कहा, लाली बेटा, इस लता को अपने मुंह में कस के पकड़ लो, हम धीरे धीरे तुम्हें बाहर खींच लेंगे। देखो बच्चों प्रश्न उत्तर ने, पहला प्रश्न है पैरों तले ज़मीन खिसकने का क्या अर्थ है? भूचाल आ जाना, दलदल में धंस जाना, होश उड़ जाना। बच्चों पैरों तले जमीन का खिसकना की मतलब है होश उड़ जाना, तो इस करके साडा ग ऑप्शन है बिल्कुल सही है। सेकंड देखो, लता का अर्थ क्या है? पेड़ का तना, पेड़ के पत्ते, पेड़ की जड़, पेड़ की डाली। बच्चों पेड़ लता ते डाली को चीज़ है, तो घ ऑप्शन बिल्कुल सही है, पेड़ की डाली, डाली नूं असीं लता भी कह सकते हाँ। तीसरा प्रश्न, लाली बेटा हम धीरे धीरे तुम्हें बाहर खींच लेंगे, वाक्य किसने कहा? भोलू ने, लाली ने, माँ ने, पिताजी ने। बच्चों ये शब्द अपन नूं पता किने कहने? लाली बेटा हम धीरे धीरे तुम्हें बाहर खींच लेंगे, माँ ने। इस करके जो ग ऑप्शन है वो बिल्कुल ठीक है। फोर्थ क्वेश्चन, दलदल में कौन धंसा जा रहा था? क पिताजी, ख लाली, ग भोलू, घ माँ। बच्चों लाली, क्या आंसर है इसका? लाली। ख ऑप्शन बिल्कुल
ठीक है। प्रश्न 5, पेड़ शब्द को गुरमुखी लिपि में कैसे लिखेंगे? पहला है वृक्ष, ख है पेड़, ग है रुख, घ है ट्री। तो की है बच्चों ख की है सेकंड ऑप्शन, ख पेड़ बिल्कुल सही उत्तर है। बच्चों इन प्रश्नों को आप ध्यान से करना, ठीक है। ओके बाय, हैव ए नाइस डे।